Hello students, how are you? Welcome to your botany lecture. Beta, we have started biotic factors. In that today we will read root parasites. Root parasites ਇਹ ਅਲੱਗ-ਅਲੱਗ ਤਰੀਕੇ ਦੇ ਹੁੰਦੇ ਆ। ਹੋਲੋ ਪੈਰਾਸਾਈਟਸ, ਹੁਣ ਹੋਲੋ ਪੈਰਾਸਾਈਟਸ ਜਾਂ ਫਿਰ ਅਸੀਂ ਕਹੀਏ ਕਿ ਟੋਟਲ ਰੂਟ ਪੈਰਾਸਾਈਟਸ ਜੇ ਇਹਨਾਂ ਦੀ ਐਗਜ਼ਾਮਪਲਸ ਦੇਖੀਏ ਤਾਂ ਉਹ ਹੈਗੇ ਆ ਓਰੋਬ੍ਰਾਂਕੇ ਅਤੇ ਇਸ ਤੋਂ ਇਲਾਵਾ ਜਿਹੜੇ ਬੈਲੇਨੋਫੋਰਾ, ਰੈਫਲੇਸ਼ੀਆ, ਇੱਦਾਂ ਕਈ ਐਗਜ਼ਾਮਪਲਸ ਹੈਗੇ ਆ। ਓਰੋਬ੍ਰਾਂਕੇ ਦੀ ਜੇ ਅਸੀਂ ਗੱਲ ਕਰੀਏ ਬੇਟਾ, ਆਪਾਂ ਜਿੰਨੀਆਂ ਐਗਜ਼ਾਮਪਲਸ ਪੜ੍ਹਨੀਆਂ ਆ ਉਹਨਾਂ ਦੀ ਮੋਰਫੋਲੋਜੀ ਜ਼ਰੂਰ ਦੇਖਣੀ ਆ, 2-4 ਕਰੈਕਟਰਸ ਅਤੇ ਉਹ ਕਿਵੇਂ ਇੰਟਰੈਕਸ਼ਨ 'ਚ ਹੈਲਪ ਕਰਦੇ ਆ, ਇਹੀ ਸਾਰੇ ਇਹਦੇ ਵਿੱਚ ਪੜ੍ਹਨੇ ਆ। ਅਤੇ ਇਹ ਵਾਲਾ ਚੈਪਟਰ ਜਿਹੜਾ ਹੈ ਕ੍ਰੈਮਿੰਗ ਵਾਲਾ ਚੈਪਟਰ ਹੈ। ਹੁਣ ਓਰੋਬ੍ਰਾਂਕੇ ਜਿਹੜਾ ਆ ਇਹਨੂੰ ਅਸੀਂ ਕਾਮਨਲੀ ਆਪਾਂ ਇਹਨੂੰ ਕਹਿੰਦੇ ਆ ਬਰੂਮ ਰੇਪ। ਕਾਮਨਲੀ ਇਟ ਇਜ਼ ਆਲਸੋ ਨੋਨ ਐਜ਼ ਬਰੂਮ ਰੇਪ, ਮਤਲਬ ਝਾੜੂ ਵਰਗਾ ਹੋ ਸਕਦਾ ਆ ਦੇਖੋ ਡਾਇਗਰਾਮ ਦੇ ਵਿੱਚ। ਅਤੇ ਇਹ ਓਰੋਬ੍ਰਾਂਕੇਸੀ ਫੈਮਿਲੀ ਨੂੰ ਬਿਲੋਂਗ ਕਰਦਾ ਆ। ਇਹਦੇ ਨੀਅਰ ਅਬਾਊਟ 100 ਸਪੀਸ਼ੀਜ਼ ਹੁੰਦੇ ਆ। ਸਾਰੇ ਸਪੀਸ਼ੀਜ਼ ਜਿਹੜੇ ਆ ਉਹ ਕੰਪਲੀਟਲੀ ਰੂਟ ਪੈਰਾਸਾਈਟਸ ਹੁੰਦੇ ਆ, ਮਤਲਬ ਰੂਟਸ 'ਤੇ ਆਪਣੀ ਲਾਈਫ ਸਪੈਂਡ ਕਰਦੇ ਆ। ਇਹਨਾਂ ਦੇ ਵਿੱਚ ਕੋਈ ਕਲੋਰੋਫਿਲ ਨਹੀਂ ਹੁੰਦਾ ਹੈਗਾ, ਨੋਨ ਕਲੋਰੋਫਿਲਸ ਹੁੰਦੇ ਆ ਇਹ। ਔਰ ਇਹਨਾਂ ਦੇ ਲੀਵਸ ਜਿਹੜੀਆਂ ਸਕੇਲ ਲਾਈਕ ਲੀਵਸ ਹੁੰਦੀਆਂ ਆ, ਸਟੈਮਸ ਦੇ ਵਿੱਚ ਵੀ ਕਲੋਰੋਫਿਲ ਨਹੀਂ ਹੁੰਦਾ ਹੈਗਾ। ਫਲਾਵਰਸ ਜਿਹੜੇ ਉਹ ਪਿੰਕਿਸ਼ ਜਾਂ ਬਲੂਇਸ਼ ਇਨ ਕਲਰ ਹੁੰਦੇ ਆ ਇਹਦੇ ਵਿੱਚ। ਅਤੇ ਕੁਛ ਜਿਹੜੀ ਸਪੀਸ਼ੀਜ਼ ਆ ਉਹ ਪੈਰਾਸਿਟਾਈਜ਼ ਕਰਦੀ ਆ ਕਈ ਵੈਰਾਈਟੀ ਆਫ ਪਲਾਂਟਸ ਨੂੰ, ਅਤੇ ਅਦਰਸ ਜਿਹੜੀਆਂ ਆ ਉਹ ਐਸੋਸ਼ੀਏਟਡ ਹੁੰਦੀਆਂ ਆ ਵਿਦ ਪਰਟੀਕੂਲਰ ਪਲਾਂਟ ਹੋਸਟ। ਠੀਕ ਹੈ, ਕੁਛ ਮਤਲਬ ਐਸੋਸੀਏਸ਼ਨ 'ਚ ਰਹਿੰਦੀਆਂ ਆ, ਕੁਛ ਪੈਰਾਸਿਟਿਕ ਹੁੰਦੀਆਂ ਆ ਇਹਦੀਆਂ ਓਰੋਬ੍ਰਾਂਕੇ ਦੀਆਂ ਸਪੀਸ਼ੀਜ਼। ਫੋਰ ਐਗਜ਼ਾਮਪਲ ਓਰੋਬ੍ਰਾਂਕੇ ਰੈਮੋਸਾ, ਇਹ ਬ੍ਰਾਂਚਡ ਬਰੂਮ ਰੇਪ ਹੁੰਦਾ ਆ, ਇਹ ਪੈਰਾਸਿਟਿਕ ਆ। ਅਤੇ ਸੋਲਨੇਸੀ ਫੈਮਿਲੀ ਦੇ ਪਲਾਂਟਸ 'ਤੇ ਇਹ ਰਹਿੰਦਾ ਆ। ਏਰੀਅਲ ਸ਼ੂਟਸ ਇਹਨਾਂ ਦੀਆਂ ਜਿੱਤੇ ਫਲਾਰ ਸਪਾਈਕਸ, ਜਿਵੇਂ ਕਣਕ ਦੀਆਂ ਛਿੱਟਾਂ ਹੁੰਦੀਆਂ ਆ, ਹੈ ਨਾ। ਆਹ ਦੇਖਿਆ ਨਾ ਕਣਕ ਦੀਆਂ ਛਿੱਟਾਂ, ਆਹ ਕਹਿ ਲਓ ਕਿ ਇਸ ਤਰ੍ਹਾਂ ਅਤੇ ਤਿੱਖੇ ਤਿੱਖੇ ਆਹ ਨਿਕਲੇ ਹੁੰਦੇ ਆ ਸਪਾਈਕਲੈਟਸ। ਤਾਂ ਇਸ ਤਰ੍ਹਾਂ ਦੀ ਕਣਕ ਦੀ ਛਿੱਟਾਂ ਵਰਗੇ ਉਹਨੂੰ ਸਪਾਈਕਸ ਕਹਿੰਦੇ ਆ। ਬ੍ਰਾਂਚਡ ਔਰ ਟਿਪ ਆਫ ਰੂਟਸ ਜਿਹੜੀਆਂ ਆ ਉਹੀ ਹੋਸਟੋਰੀਆ ਡਿਵੈਲਪ ਹੋ ਜਾਂਦਾ ਆ, ਅਤੇ ਹੋਸਟੋਰੀਆ ਦੇ ਥਰੂ ਇਹ ਹੋਸਟ ਪਲਾਂਟ ਦੀ ਰੂਟਸ 'ਤੇ ਕਹਿ ਲਓ ਕਿ ਚਿਪਕ ਜਾਂਦੇ ਆ, ਜਾਂ ਹੋਸਟੋਰੀਆ ਅੰਦਰ ਪੈਨੀਟਰੇਟ ਕਰਕੇ ਆਪਣੀ ਐਂਕੋਰੇਜ ਫੜ ਕੇ ਰੱਖਦਾ ਆ ਅਤੇ ਗਰੋ ਕਰਨ 'ਚ ਹੈਲਪ ਹੋ ਜਾਂਦਾ ਇਹਨੂੰ। ਔਰ ਹੋਸਟੋਰੀਆ ਦੇ ਥਰੂ ਹੀ ਇਹ ਨਰਿਸ਼ਮੈਂਟ ਜਾਂ ਨਿਊਟ੍ਰੀਸ਼ਨ ਐਬਜ਼ੋਰਬ ਕਰਦਾ ਆ। ਸੇਮ ਵੇ ਬੈਲੇਨੋਫੋਰਾ ਜਿਹੜਾ ਆ ਉਹ ਫੈਮਿਲੀ ਬੈਲੇਨੋਫੋਰੇਸੀ ਨੂੰ ਬਿਲੋਂਗ ਕਰਦਾ ਆ। ਇਹਦੇ ਲਗਭਗ 79 ਸਪੀਸ਼ੀਜ਼ ਆ। ਆਲ ਦਾ ਸਪੀਸ਼ੀਜ਼ ਨੋਨ ਕਲੋਰੋਫਿਲਸ ਆ, ਅਤੇ ਰੈਡ ਕਲਰਡ ਦੇ ਹੋ ਸਕਦੇ ਆ, ਯੈਲੋ, ਵਾਈਟ, ਬਰਾਊਨਿਸ਼। ਇਹਦੀ ਸਪੀਸ਼ੀਜ਼ ਸੈਲੇਬੀਕੀਆ ਜਿਹੜੀ ਆ ਹੈਜ਼ ਐਨ ਅੰਡਰਗਰਾਊਂਡ ਕ੍ਰੀਪਿੰਗ ਰੂਟ ਸਟਾਕ ਔਰ ਰਾਈਜ਼ੋਮ ਫਰੋਮ ਵਿਚ ਸੈਪਰੇਟ ਮੇਲ ਐਂਡ ਫੀਮੇਲ ਇਨਫਲੋਰੈਸੈਂਸ ਅਰਾਈਜ਼ ਕਰਦੇ ਆ। ਸੇਮ ਵੇ ਰੈਫਲੇਸ਼ੀਆ ਦਾ ਤੁਸੀਂ ਕਰਨਾ ਆ। ਮੈਂਬਰ ਆਫ ਫੈਮਿਲੀ ਰੈਫਲੇਸ਼ੀਏਸੀ, 14 ਸਪੀਸ਼ੀਜ਼ ਕਾਮਨਲੀ ਡਿਸਟਰੀਬਿਊਟਡ ਬਰਮਾ, ਇੰਡੋਨੇਸ਼ੀਆ ਦੇ ਵਿੱਚ। ਵੈਜੀਟੇਟਿਵ ਪਾਰਟਸ ਆਫ ਦਾ ਪਲਾਂਟਸ ਆਰ ਹਾਈਲੀ ਰਿਡਿਊਸਡ, represented by a cellular filament which resembles fungal mycelium। ਤਾਂ ਇਹ ਜਿਹੜੇ weight ਇਹਦਾ 11 ਕਿਲੋਗ੍ਰਾਮ in weight ਔਰ with diameter of about 1 meter। ਤਾਂ ਇਹ ਜਿਹੜੇ ਫਲਾਰ ਆ ਪਲਾਂਟ ਕਿੰਗਡਮ ਦੇ ਸਭ ਤੋਂ ਵੱਡੇ ਫਲਾਰਸ ਰੈਫਲੇਸ਼ੀਆ ਜਿਹੜੇ ਆ ਇਹ ਮੰਨੇ ਜਾਂਦੇ ਆ। ਤਾਂ ਤੁਸੀਂ ਇਹਦੀ ਮੋਰਫੋਲੋਜੀ ਜਿਹੜੀ ਆ
इन्हां प्लांट्स दी, क्योंकि आपां इंटरैक्शन पढ़ रहे हैं, बायोटिक फैक्टर्स पढ़ रहे हैं, तो इन्हां दी मॉर्फोलॉजी जिहड़ी है तुहानूं याद करनी पैनी है। फिर जिहड़े नैक्सट प्लांट्स हैगे आ सैमी पैरासाइट्स, होलो पैरासाइट्स रूट वाले आ ते सैमी पैरासाइट्स आ। ਇਹਦੀ एग्जाम्पल्स हैगी आ सैंटिलम, थीसियम ते फैमिली सैंटिलेसी ਨੂੰ बिलोंग करते हैं। ये सैंटिलम जिहड़ा आ संदलवुड जिहनूं कहंदे आ, एवरग्रीन पार्शियल रूट पैरासाइट विच ग्रोस एट मैनी प्लेसिस इन साउथ इंडिया दे विच आपां नूं इह मिलदा आ। यंग सीडलिंग्स कैन ग्रो इंडिपेंडेंटली अप टू 1 ईयर अप टू 1 साल, पर उस तो बाद फिर वो इंडिपेंडेंटली नहीं ग्रो कर सकता, उन्होंने होस्ट चाहिदा हुंदा आ फॉर सर्वाइविंग रैसट ऑफ द लाइट्स। हुण की है बेटा, ਉਹ ਇਹ ਚੀਜ਼ ਤਾਂ ਤੁਸੀਂ याद कर ਲੈਣੀ ਹੈ कि हॉस्टोरिया ਇਹ 'ਚ ਡਿਵੈਲਪ ਹੁੰਦਾ ਆ। ਉਹ हॉस्टोरिया ਜਿਹੜਾ ਆ रूट्स ਤੇ ਜਾਂ ਕਿਸੇ भी होस्ट ਦੇ प्लांट ਤੇ सरफेस ਤੇ ਇਹਨਾਂ ने ਪੈਨੀਟ੍ਰੇਟ ਕਰਨਾ ਆ, ਉਹਦੇ थ्रू एंकोरेज ਜਾਂ ਆਪਣੀ जगह बनानी है, तो फिर ਉੱਥੇ ਇਹਨਾਂ ने ग्रो कर जाना है फुली प्रॉपरली। थीसियम ह्यूमिफिसम जिहड़ा आ इट अकर्स एज अ सैमी पैरासाइट ऑन रूट्स, है ना, ते कह लो कि ग्रासिस दी रूट्स ते वाइल जिहड़ा स्टिरगा आ ਉਹ ग्रो करदा है ऑन द रूट्स ऑफ शुगर केन, तो शुगर केन दी रूट्स ते भी तुहानूं मिल जाणगे। जिहड़े सैमी पैरासाइट्स आ दे आर ग्रीन इन कलर ते दे आर डिपेंडेंट ऑन होस्ट फॉर वाटर एंड मिनरल्स। फिर जिहड़ा इंपॉर्टेंट हैगा है इंट्रैक्शन बिटवीन प्लांट्स एंड माइक्रो ऑर्गेनिजम्स। पहला आपां प्लांट्स ते हायर ऑर्गेनिजम्स का इंट्रैक्शन पढ़िया सीगा, है ना। हुण असीं पढ़ रहे हैं इंट्रैक्शन बिटवीन प्लांट्स एंड माइक्रो ऑर्गेनिजम्स। तो ये विच बेटा तुसीं लाइकेंस सुनिया होया आ। लाइकेंस मीनस एल्गल और फंगल एसोसीएशन। फंगल कंपोनेंट नूं आपां कहंदे आ माइकोबायंट ते एल्गल कंपोनेंट नूं कहंदे आ फाइकोबायंट्स। हुण ये दोनों क्लोज एसोसीएशन फंगस और एल्गल रहिंदे आ। एल्गा जिहड़ा आ ओह फूड प्रिपेयर करदी आ ते फंगस जिहड़ी आ ओह कह लो कि मॉइस्चर ट्रैप करदी आ ते कवरिंग एक प्रोवाइड करदी है एल्गा नूं, शैल्टर दिंदी है एक तरह का असीं कह सकते हैं। तो ये एक दूसरे नूं इहदा कोई नुकसान नहीं हैगा, ठीक है। फिर सैकेंड हैगी आ सिम्बायोटिक नाइट्रोजन फिक्सेशन। हुण सिम्बायोटिक नाइट्रोजन फिक्सेशन मैं कल भी दस्सिया सी कि म्यूचुअलिज्म मतलब दोनों एक दूसरे नूं बैनीफिट देओगे, जिवें उपर लाइकेंस दे विच, ते नुकसान किसी नूं नहीं हुंदा। हुण आह नोड्यूल्स आ मटर दे चने दे जिहड़े प्लांट्स हुंदे ओहदी जड़ां च छोटे छोटे नोड्यूल्स डेवलप हुंदे आ। इन्हां नोड्यूल्स दे विच राइजोबियम बैक्टीरिया जाके रहिंदा आ ते राइजोबियम बैक्टीरिया नाइट्रोजन फिक्स करदा आ और ओह प्लांट नूं भी दिंदा आ, है ना, ते बदले च प्लांट तो शैल्टर भी लैंदा आ, फूड भी लैंदा आ, तो दोनों का काम चल जांदा आ। दोनों एक दूसरे नूं कोई नुकसान नहीं पहुँचाते हैगे। नॉस्टॉक, एनाबीना, फ्रैंकिया, तो ये डिफरेंट एग्जाम्पल्स हैगे आ। बचपन तो तुसीं 8th 9th च भी सिम्बायोटिक एसोसीएशन पढ़िया आ। हुण अपना जिथे किते तुसीं बायोजिओ कैमिकल साइकिल पढ़िया होना, उत्थे भी आया ये आंदा है। दैन बेटा हैगा माइकोराइजा। हुण माइकोराइजा टर्म जिहड़ा आ, माइको दा मतलब हुंदा फंगस, राइजा मतलब हुंदा रूट। तो ਇਹਦਾ मतलब कि फंगस जदों रूट्स ते अंदर रहिंदी आ, हायर प्लांट्स दी रूट दे विच रहिंदी आ, उत्थों फूड लैंदी आ या बदले च कह लो कि ट्री नूं कुछ दिंदी आ, या ऐ हो सकदा कि खुद शैल्टर और फूड लै लिया, ट्री नूं कोई नुकसान नहीं पहुँचाया हैगा। तो ये
when fungus live inside the roots of the higher plants ਤਾਂ ਇਸ ਅਸੀਂ ਮਾਈਕੋਰਾਈਜ਼ਾ ਕਹਿੰਦੇ ਆ। ਐਕਟਿਵਲੀ ਗਰੋਇੰਗ ਰੂਟਸ ਹਾਇਰ ਪਲਾਂਟਸ ਦੀ ਜਿਹੜੀ ਆ ਉਹਨਾਂ ਦੇ ਵਿੱਚ ਇਹ ਫੰਗਸ ਜਿਹੜੀ ਆ ਰਹਿੰਦੀ ਆ। ਅਤੇ ਇਹਦੇ ਨਾਲ ਕੀ ਹੁੰਦਾ ਆ, ਰੂਟਸ ਜਿਹੜੀਆਂ ਆ ਉਹ ਥੋੜ੍ਹੀ ਜਿਹੀਆਂ ਮੋਡੀਫਾਈਡ ਹੋ ਜਾਂਦੀਆਂ ਉਹਨਾਂ ਪਲਾਂਟਸ ਦੀਆਂ, ਤਾਂ ਕਿ ਫੰਗਸ ਈਜ਼ੀਲੀ ਉੱਥੇ ਜਾ ਕੇ ਰਹਿ ਸਕੇ ਅਤੇ ਉਹਨੂੰ ਕੋਈ ਫੰਗਸ ਨੂੰ ਵੀ ਕੋਈ ਨੁਕਸਾਨ ਨਾ ਹੋਵੇ। ਜਿਹੜੀ ਰੂਟ ਸੈਲਸ ਆ, ਫੰਜਾਈ ਆ, ਉਹ ਡਾਇਰੈਕਟਲੀ ਇੱਕ ਦੂਸਰੇ ਨੂੰ ਨਿਊਟਰੀਐਂਟ ਸਬਸਟੈਂਸਿਸ ਟਰਾਂਸਮਿਟ ਕਰਦੇ ਰਹਿੰਦੇ ਆ। ਕਈ ਐਸੋਸੀਏਸ਼ਨਸ ਜਿਹੜੀਆਂ ਆ ਉਹ ਸਪੈਸੀਫਿਕ ਨਹੀਂ ਹੁੰਦੀਆਂ, ਜਿੱਦਾਂ ਪਲਾਂਟ ਕੈਨ ਫਾਰਮ ਐਸੋਸੀਏਸ਼ਨ with several fungi and a fungus can associate with many plants। ਹੁਣ ਬਹੁਤ ਸਾਰੇ ਪਲਾਂਟਸ ਆ ਅਲੱਗ-ਅਲੱਗ ਫੰਜਾਈ ਨੂੰ ਆਪਣੇ ਵਿੱਚ ਅਲਾਓ ਕਰ ਦਿੰਦੇ ਆ ਰਹਿਣ ਲਈ, ਅਤੇ ਕਈ ਫੰਗਸ ਜਿਹੜੀਆਂ ਆ ਇਹ ਨਹੀਂ ਹੈਗਾ ਕਿ ਮਤਲਬ ਕਹਿ ਲਓ ਕਿ ਪਲਾਂਟ ਟੂ ਪਲਾਂਟ ਵੇਰੀ ਕਰੂਗਾ ਸਪੀਸ਼ੀਜ਼ ਆਫ ਫੰਗਸ ਜਿਹੜੇ ਉਹਦੇ ਵਿੱਚ ਰਹਿੰਦੇ ਆ। ਹੁਣ 90% ਜਿਹੜੇ ਹਾਇਰ ਪਲਾਂਟਸ ਆ ਉਹਨਾਂ ਦੇ ਵਿੱਚ ਉਹ ਫੋਰਮ ਕਰਦੇ ਆ ਮਾਈਕੋਰਾਈਜ਼ਾ। ਇਹ ਨੈਚੁਰਲ ਪ੍ਰੋਸੈਸ ਆ, ਨੈਚੁਰਲ ਕੰਪੋਨੈਂਟ ਆ ਰੂਟ ਸਿਸਟਮ ਦਾ। ਵਿਦਾਊਟ ਮਾਈਕੋਰਾਈਜ਼ਾ ਕਈ ਜ਼ਿਆਦਾਤਰ ਪਲਾਂਟਸ ਜਿਹੜੇ ਆ ਜਿਵੇਂ ਟਿੰਬਰ ਪਲਾਂਟਸ ਹੋ ਗਏ, ਉਹ ਸਰਵਾਈਵ ਵੀ ਨਹੀਂ ਕਰ ਪਾਉਂਦੇ। ਮਤਲਬ ਉਹਨਾਂ ਨੂੰ ਐਸੋਸੀਏਸ਼ਨ ਆਫ ਫੰਗਸ ਚਾਹੀਦੀ ਹੁੰਦੀ ਆ। ਹੁਣ ਫੰਗਸ ਆਪਾਂ ਨੂੰ ਪਤਾ ਹੈ, ਆਪਾਂ ਪੜ੍ਹਿਆ ਆ ਕਿ ਹਾਈਫੇ ਫੰਗਸ ਦਾ ਹੁੰਦਾ ਆ, ਤਾਂ ਇਹ ਜਿਹੜਾ ਫੰਗਲ ਹਾਈਫੇ ਆ ਇਹ ਪ੍ਰੈਜ਼ੈਂਟ ਹੁੰਦਾ ਆ ਇਨ ਦਾ ਇੰਟਰਸੈਲੂਲਰ ਸਪੇਸਿਸ ਓਨਲੀ ਇਨ ਦਾ ਰਿਸਟ੍ਰਿਕਟਿਡ ਏਰੀਆਸ ਆਫ ਰੂਟਸ। ਇਹ ਨਹੀਂ ਕਿ ਜ਼ਰੂਰੀ ਨਹੀਂ ਕਿ ਪੂਰੀ ਰੂਟ ਦੇ ਵਿੱਚ ਹੀ ਫੈਲਿਆ ਹੋ ਸਕਦਾ ਹੈ, ਕੋਰਟੈਕਸ ਤੱਕ ਤਾਂ ਜ਼ਿਆਦਾਤਰ ਪ੍ਰੈਜ਼ੈਂਟ ਹੁੰਦਾ ਫੰਗਸ, ਉੱਥੇ ਤੱਕ ਇਹ ਜਾ ਸਕਦਾ ਆ। ਔਰ ਦੇ ਆਰ ਏਬਲ ਟੂ ਬ੍ਰੇਕ ਦਾ ਸੈੱਲ ਵਾਲਸ ਓਨਲੀ ਇਨ ਲਿਮਿਟਿਡ ਵੇ। ਇਹ ਨਹੀਂ ਹੈਗਾ ਕਿ ਫੰਗਸ ਜਿਹੜੀ ਆ ਸਾਰੀ ਰੂਟ ਦੀ ਵਾਲਸ ਨੂੰ ਤੋੜ ਲੂਗੀ, ਕਿਸੇ ਜਗ੍ਹਾ ਤੋਂ ਉਹ ਪੰਚਰ ਕਰਕੇ ਅੰਦਰ ਕੋਰਟੀਕਲ ਰੀਜਨ ਤੱਕ ਪਹੁੰਚਦੀ ਹੈ। ਹੁਣ ਗਰੋਥ ਆਫ ਫੰਗਸ ਜਿਹੜੀ ਆ ਵਿਦਿਨ ਦ ਰੂਟ ਡਜ਼ ਨਾਟ ਡੈਮੇਜ ਇਟ। ਇਹ ਨਹੀਂ ਹੈਗਾ, ਮਤਲਬ ਦੋਨਾਂ 'ਚ ਸਮਝੌਤਾ ਆ। ਜੇ ਪੇੜ ਨੇ ਉਹਨੂੰ ਜਗ੍ਹਾ ਦਿੱਤੀ ਆ ਤਾਂ ਇਹ ਨਹੀਂ ਹੈਗਾ ਕਿ ਫੰਗਸ ਨੇ ਉਹਨੂੰ ਕੋਈ ਨੁਕਸਾਨ ਪਹੁੰਚਾਉਣਾ ਆ। ਇਹਨੂੰ ਵੀ ਆਪਾਂ ਮਿਊਚੁਅਲ ਅੰਡਰਸਟੈਂਡਿੰਗ ਜਾਂ ਮਿਊਚੁਅਲਿਜ਼ਮ ਹੀ ਕਹਿੰਦੇ ਆ। ਫੰਗਸ ਨੂੰ ਨਰਿਸ਼ਮੈਂਟ ਮਿਲ ਜਾਂਦਾ ਆ ਕੋਰਟੀਕਲ ਰੀਜਨ ਤੋਂ, ਅਤੇ ਵਾਟਰ ਮਿਨਰਲਸ ਵਗੈਰਾ ਜਿਹੜੇ ਆ ਇਹ ਫੂਡ ਤਾਂ ਮਿਲਦਾ ਹੀ ਆ ਫੰਗਸ ਨੂੰ। ਅਤੇ ਹੋਰ ਜਿਹੜੇ ਐਂਟੀ ਮਾਈਕਰੋਬੀਅਲ ਸਬਸਟੈਂਸਿਸ ਇਹ ਹੋਸਟ ਨੂੰ ਪ੍ਰੋਵਾਈਡ ਕਰਦਾ ਆ ਤਾਂ ਕਿ ਉਹ ਹੈਲਪ ਐਬਜ਼ੋਰਬ ਕਰ ਸਕੇ ਵਾਟਰ ਐਂਡ ਮਿਨਰਲਸ। ਠੀਕ ਹੈ, ਫੰਗਸ ਜਿਹੜੀ ਆ ਗਰੋਥ ਪ੍ਰਮੋਟਿੰਗ ਐਂਟੀ ਮਾਈਕਰੋਬੀਅਲ ਸਬਸਟੈਂਸਿਸ ਹੋਸਟ ਪਲਾਂਟ ਨੂੰ ਪ੍ਰੋਵਾਈਡ ਕਰਦੀ ਆ ਤਾਂ ਕਿ ਉਹ ਐਬਜ਼ੋਰਬ ਕਰ ਸਕਣ ਵਾਟਰ ਮਿਨਰਲਸ। Such an association ਜਿਹੜੀ ਆ where both the partners are equally benefited, it is called as mutualistic symbiosis। ਹੁਣ ਜਿਹੜੀ ਮਾਈਕੋਰਾਈਜ਼ਾ ਆ ਇਹ ਦੋ ਤਰ੍ਹਾਂ ਦੇ ਹੁੰਦੇ ਆ, ਇਕਟੋ ਅਤੇ ਐਂਡੋ। ਨਾਮ ਤੋਂ ਹੀ ਕਲੀਅਰ ਹੈ, ਇਕਟੋ ਮੈਨੇ ਬਾਹਰ, ਐਂਡੋ ਮੈਨੇ ਇਨਸਾਈਡ। ਜਦੋਂ ਫੰਗਸ ਜਿਹੜੀ ਆ ਰੂਟ ਦੇ ਬਾਹਰ ਹੀ ਇਸ ਤਰ੍ਹਾਂ ਦਾ ਇੱਕ ਮੈਂਟਲ ਜਾਂ ਕਵਰਿੰਗ ਬਣਾ ਕੇ ਰੱਖੇ ਅਤੇ ਪੈਨੀਟਰੇਟ ਕੋਰਟੀਕਲ ਰੀਜਨ ਤੱਕ ਹੀ ਉਹਨੇ ਕਰਨਾ, ਪਰ ਉਹਦੀ ਬਾਡੀ ਜਾਂ ਹਾਈਫੇ ਜਿਹੜਾ ਆ ਜ਼ਿਆਦਾਤਰ ਬਾਹਰ ਹੁੰਦਾ ਆ, ਉੱਥੋਂ ਆਪਣਾ ਫੂਡ ਨਿਊਟ੍ਰੀਸ਼ਨ ਲੈ ਲੈਂਦੀ ਆ ਅੰਦਰੋਂ, ਪਰ ਰਹਿੰਦੀ ਬਾਹਰਲੇ ਸਰਫੇਸ 'ਤੇ ਆ, ਤਾਂ ਉਹ ਹੋ ਗਿਆ ਇਕਟੋਮਾਈਕੋਰਾਈਜ਼ਾ। ਅਗਰ ਫੰਗਸ ਰੂਟਸ 'ਤੇ ਇਨਸਾਈਡ ਰਵੇ, ਜਾ ਕੇ ਪੂਰੀ ਤਰ੍ਹਾਂ ਅੰਦਰ ਪੈਨੀਟਰੇਟ ਕਰ ਜਾਵੇ ਅਤੇ ਉੱਥੇ ਰਵੇ, ਇਹਨੂੰ ਅਸੀਂ ਕਹਿੰਦੇ ਹਾਂ ਐਂਡੋਮਾਈਕੋਰਾਈਜ਼ਾ। ਇਹ ਵੀ ਅੱਗੇ 2-3 ਤਰ੍ਹਾਂ ਦਾ ਇਰੀਕੇਸ਼ੀਅਸ, ਮਾਈਕੋ ਆਰਕੀਡੇਸ਼ੀਅਸ, ਮਾਈਕੋਰਾਈਜ਼ਾ, ਐਂਡੋ ਜਿਹੜਾ ਆ। ਹੁਣ ਫੰਗਸ ਫਾਰਮਸ ਡੈਂਸ ਇੰਟਰਸੈਲੂਲਰ ਕੋਇਲਸ ਇਨ ਦਾ ਆਊਟਰ ਕੋਰਟੀਕਲ ਰੀਜਨ, ਮਤਲਬ
संघना गुच्छा फॉर्म करे कॉर्टिकल रीजन च, वो हो गया एरिकेशियस। ऑर्किडेशियस देयर आर दीज आर एसोशिएटेड विद ऑर्किड रूट्स, मतलब ऑर्किड प्लांट्स दी रूट्स ते जड़ियाँ रहिंदियां वो ऑर्किडेशियस हो जांदियां। एक फिर आंदा आ ये कॉमन सॉरी तुसीं सुनी होनी है ये टर्म 12th च पढ़ी होनी है, वेसिकुलर अर्बस्कुलर माइकोराइजे वाम जड़े आ। इस ग्रुप की जिहड़ी फंजाई आ ये फाइकोमाइसिटीज ग्रुप च आंदी आ। दिस टाइप इज सिग्निफिकेंट इन एग्रीकल्चर, ज़्यादातर खेतीबाड़ी, क्योंकि ये बहुत ज़्यादा नंबर च पाई जाती है क्रॉप प्लांट्स दे विच। फंगल हाइफे दा जिहड़ा आ ओहदे विच कुछ स्पैशल ऑर्गनस डेवलप हो जाते हैं जिन्होंने कहते हैं वेसाइकल्स एंड अर्बस्क्यूल्स विद इन द रूट कॉर्टिकल सैल्स। कॉर्टिकल रीजन तक तो इन्होंने जाना ही आ, उत्थों ही फूड न्यूट्रिशन लैनी है। फिर जिहड़ा इंपॉर्टेंट टॉपिक हैगा इंट्रैक्शन बिटवीन प्लांट्स एंड एनिमल्स। हले तो आप पढ़े सी कि इंट्रैक्शन बिटवीन प्लांट्स एंड हायर ऑर्गेनिजम्स, प्लांट्स और प्लांट्स दे विच, प्लांट्स और माइक्रो ऑर्गेनिजम्स दे विच। हुण इंट्रैक्शन हैगी है बिटवीन प्लांट्स एंड एनिमल्स। तो सब तो पहली जिहड़ी आ ग्रेजिंग और ब्राउजिंग। ग्रेजिंग ते ब्राउजिंग जिहड़ियां आ ये कह लो कि जिमें एनिमल्स पत्तियां खांदे आ, शूट्स खांदे आ, ग्रास खांदे आ, तो ये ग्रेजिंग और ब्राउजिंग बस इत्थे ही थोड़ा जिहा डिफरेंट आ। ग्रेजिंग का मतलब हुंदा आ ईटिंग अवे ऑफ अनहारवैसटेड हर्ब्स, जिन्हों कदे कट्टिया नहीं, वड्डिया नहीं, हार्वेस्ट नहीं किया, वो हर्ब्स खानियां या कह लो कि ग्रास खाने बाय एनिमल्स, है ना। तो ब्राउजिंग जिहड़ा आ इट रेफर्स टू ईटिंग ऑफ द फोलिएज। फोलिएज मैंने पत्तियां, श्रब्स, ट्रीज दियाँ पत्तियां, टहनियाँ खानियां, ठीक है। लार्ज नंबर ऑफ डोमैस्टिक ते वाइल्ड एनिमल्स जिमें गोट हो गया, शीप, रैबिट, डियर, ये तुहानूं पता ही है किहड़े किहड़े चुगदे आ, चरदे आ, है ना। ते हुण कैटल जिहड़ी आ जदों घाह वगैरह खांदी आ तो वैजीटेशन नूं डिस्ट्रॉय भी कर दिंदी आ। ते ग्रासलैंड और फॉरेस्ट दे विच ये वाले फैक्टर्स हैगे आ जिहड़े ओवर ग्रेजिंग वगैरह, ओवर ब्राउजिंग वगैरह जिहड़े वैजीटेशन नूं अफैक्ट करदे आ। स्ट्रक्चर ऑफ ईकोसिस्टम, फिजियोगनॉमी ऑफ वैजीटेशन जिहड़ी आ वो डिस्ट्रॉय कर दिंदे आ। हुण ग्रेजिंग ते ब्राउजिंग दे इफैक्ट्स की है। सिलैक्टिव ग्रेजिंग बाय एनिमल्स आल्टर स्पीशीज कंपोजिशन, है ना, ते पॉपुलेशन स्ट्रक्चर इन द ग्रेज्ड ग्रासलैंड। हुण जिद्दां कुछ हद तक तो ग्रेजिंग ब्राउजिंग जिहड़ी आ वो ठीक हुंदी आ कि उत्थे एरीएशन प्रॉपर हो जाता है या कुछ वाइल्ड बूटियां रिप्लेस हो जांदियां आ, या फिर कह लो कि एक जगह तो दूसरी जगह जदों चुगदे चुगदे एनिमल्स अगे वधदे आ तो सीड डिस्पर्सल हो जाता आ, दैन फ्रूट डिस्पर्सल हो जाता आ, पॉलन ग्रेन्स डिस्पर्सल हो जाता है। पर ओवर ग्रेजिंग जिहड़ी आ, ओवर ब्राउजिंग वो नुकसानदायक आ। ਉਹਦੇ ਨਾਲ ਹੀ ਸਾਰੀ ਸਟਰਕਚਰ ਕੰਪੋਜੀਸ਼ਨ ਵਗੈਰਾ ਚੇਂਜ ਹੁੰਦੀ ਹੈ। ਜਿੱਦਾਂ ਹੁਣ ਇੱਕ ਘਾਹ ਦੇ ਮੈਦਾਨ 'ਚ ਖਾਈ ਗਈ ਤਾਂ ਹੋ ਸਕਦਾ ਉਹ ਵਾਲੀ ਗ੍ਰਾਸ ਸਪੀਸ਼ੀਜ਼ ਜਿਹੜੀ ਆ ਜਾਂ ਕੋਈ ਹਰਬ ਜਾਂ ਕੋਈ ਸ਼ਰਬ ਹੋਵੇ ਹੀ ਨਾ, ਹੈ ਨਾ। ਉਹ ਫਿਰ ਉਹ ਹੋ ਸਕਦਾ ਕਿ ਐਂਡੇਂਜਰਡ ਸਪੀਸ਼ੀਜ਼ ਹੋਵੇ ਅਤੇ ਉਹ ਪੂਰੀ ਤਰ੍ਹਾਂ ਐਕਸਟਿੰਕਟ ਹੀ ਹੋ ਜਾਊਗੀ, ਉਹਦੀ ਕੋਈ ਵੀ ਜਿਹੜੀ ਸਪੀਸ਼ੀਜ਼ ਹੈ ਨਹੀਂ ਬਚੂਗੀ ਦੁਨੀਆ 'ਤੇ। फिर जिहड़ा नैक्सट हैगा आ ਉਹ ਹੈਗਾ ਆ ਇਹੀ ਆ ਗ੍ਰੇਜ਼ਿੰਗ ਔਰ ਬਰਾਊਜ਼ਿੰਗ ਦੇ ਕੀ ਇਫੈਕਟਸ ਹੈਗੇ ਆ। ਤਾਂ ਇਹ ਇੰਨਾ ਤਾਂ ਬੱਚਿਆਂ ਵਾਲੇ ਆ। ਇੱਕ ਤਾਂ ਗ੍ਰੇਜ਼ਿੰਗ ਬਰਾਊਜ਼ਿੰਗ
expose the plants to transpiration, ਏਰੀਅਲ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ ਆ ਕਿਉਂਕਿ ਸਰਫ ਕਿਤੋਂ ਵੀ ਕੱਟ ਲੈਂਦੀਆਂ ਸਰਫੇਸ ਨੂੰ ਐਨੀਮਲਸ ਹੈ ਨਾ। ਫੋਟੋਸਿੰਥੇਸਿਸ ਐਕਟੀਵਿਟੀ ਰਿਡਿਊਸ ਹੋ ਜਾਂਦੀ ਆ ਕਿਉਂਕਿ ਪੱਤੀਆਂ ਵਗੈਰਾ ਅਗਰ ਜ਼ਿਆਦਾ ਖਾ ਲੈਣ ਇਹ ਯੰਗ ਗ੍ਰੀਨ ਸਟੈਮਸ ਜੇ ਖਾ ਲੈਣ ਐਨੀਮਲਸ ਤਾਂ। ਫਿਰ ਟਰੈਂਪਲਿੰਗ ਆਫ ਐਨੀਮਲਸ ਜਿਹੜੇ ਆ ਟਰੈਂਪਲਿੰਗ ਬਾਈ ਐਨੀਮਲਸ ਸੌਰੀ ਕਾਜ਼ਡ ਪੈਕਿੰਗ ਆਫ ਸੋਇਲ। ਟਰੈਂਪਲਿੰਗ ਮਤਲਬ ਜਿੱਦਾਂ ਹੁਣ ਪੈਰ ਰੱਖ ਰੱਖ ਕੇ ਐਨੀਮਲਸ ਜਿਹੜੇ ਆ ਚੱਲਦੇ ਆ, ਹੌਲੀ ਹੌਲੀ ਚੁਗਦੇ ਆ, ਚਰਦੇ ਆ, ਤਾਂ ਇਹਦੇ ਨਾਲ ਕੀ ਹੁੰਦਾ ਆ ਸੋਇਲ ਜਿਹੜੀ ਆ ਉਹ ਟਾਈਟਲੀ ਪੈਕਡ ਹੋ ਜਾਂਦੀ ਆ ਔਰ ਕਹਿ ਲਓ ਕਿ ਜਿਹੜੇ ਏਰੀਏਸ਼ਨ ਸੋਇਲ 'ਚ ਪੋਰਸ ਬੰਦ ਹੋ ਜਾਂਦੇ ਆ, ਏਰੀਏਸ਼ਨ ਘੱਟ ਜਾਂਦੀ ਆ, ਵਾਟਰ ਪਰਕੋਲੇਸ਼ਨ ਉੱਥੇ ਹੋ ਜਾਂਦਾ ਆ। ਹੂਵਸ, ਪਾਸ, feet of animals destroy small and weak annual herbs ਜਿਹੜੇ ਉਹਨਾਂ ਦੇ ਹੁਣ ਤੁਸੀਂ ਹਰ ਐਨੀਮਲ ਦਾ ਦੇਖਿਆ ਆ ਬਲੈਕ ਜਿਹਾ ਅੱਗੇ ਲੱਗਿਆ ਹੁੰਦਾ ਉਹ ਕਿੰਨਾ ਹਾਰਡ ਹੁੰਦਾ ਆ ਉਹਦੇ ਕਲਾ ਵਗੈਰਾ ਹੂਫ, ਤਾਂ ਉਹ ਸਾਰੇ ਨੁਕਸਾਨ ਮਿੱਟੀ ਨੂੰ ਵੀ ਨੁਕਸਾਨ ਪਹੁੰਚਾਉਂਦੇ ਆ ਔਰ ਪਲਾਂਟਸ ਨੂੰ ਵੀ, ਛੋਟੇ ਛੋਟੇ ਹਰਬਸ ਨੂੰ ਵੀ। ਗ੍ਰੇਜ਼ਿੰਗ ਜਿਹੜੀ ਆ ਇਰੋਜ਼ਨ, ਸੋਇਲ ਇਰੋਜ਼ਨ ਕਰ ਦਿੰਦੀ ਆ। Excessive grazing browsing results in the disappearance of dung, avoiding or coprophobic plants। मतलब कि ਕਹਿ ਲਓ ਕਿ ਜਦੋਂ ਐਕਸੈਸਿਵ ਗ੍ਰੇਜ਼ਿੰਗ ਹੁੰਦੀ ਆ ਜਾਂ ਬਰਾਊਜ਼ਿੰਗ ਹੁੰਦੀ ਆ ਤਾਂ ਇਹਦੇ ਨਾਲ ਜਿੱਦਾਂ ਡੰਗ ਵਗੈਰਾ ਉੱਥੇ ਹੁੰਦਾ ਪੈਰਾਂ ਨਾਲ ਉਹ ਕਹਿ ਲਓ ਕਿ ਇੱਧਰ ਉੱਧਰ ਲੱਗ ਕੇ ਜਾਂਦਾ ਆ ਤਾਂ ਇੱਕ ਜਗ੍ਹਾ 'ਤੇ ਨਹੀਂ ਹੋਣ ਕਰਕੇ ਫਰਟੀਲਿਟੀ ਨਹੀਂ ਇਨਕਰੀਜ਼ ਹੁੰਦੀ ਹੈਗੀ। ਡੰਗ ਵਗੈਰਾ ਜਿਹੜੇ ਆ ਉਹ ਨਿਊਟਰੀਐਂਟਸ ਦਾ ਜਾਂ ਔਰਗੈਨਿਕ ਮੈਟਰ ਦਾ ਸੋਰਸ ਆ। ਔਰਗੈਨਿਕ ਮੈਟਰ ਉੱਥੇ ਕਹਿ ਸਕਦੇ ਹਾਂ ਅਸੀਂ ਘੱਟ ਹੁੰਦਾ ਆ, ਅਤੇ ਜੇ ਔਰਗੈਨਿਕ ਮੈਟਰ ਘੱਟ ਗਿਆ ਤਾਂ ਮਾਈਕਰੋ ਔਰਗੈਨਿਜ਼ਮਸ ਦੀ ਗਰੋਥ ਉੱਥੇ ਘੱਟ ਹੋਣੀ ਆ, ਹੈ ਨਾ। ਮੋਡਰੇਟ ਗ੍ਰੇਜ਼ਿੰਗ ਜਿਹੜੀ ਆ ਇਹ ਰਿਡਿਊਸ ਕਰ ਦਿੰਦੀ ਆ ਸਪਰੈਡ ਆਫ ਬੁਸ਼ਿਸ, ਹੈਲਪ ਇਨ ਗਰੋਥ ਆਫ ਯੂਜ਼ਫੁਲ ਟਰੀਜ਼। ਹੁਣ ਇੱਥੇ ਐਨੀਮਲ ਨੇ ਚੁਗਿਆ, ਚਰਿਆ, ਅਤੇ ਉਹ ਚਰਦੇ ਚਰਦੇ ਇੱਥੇ ਗਏ, ਸੀਡਸ ਜਾਂ ਟਵਿਗ ਇੱਥੇ ਗਿਰੀ, ਪਲਾਂਟ ਗਰੋ ਨੈਚੁਰਲੀ, ਵੱਡੇ ਟਰੀ ਗਰੋ ਹੋ ਗਏ, ਅਸੀਂ ਤਾਂ ਲਗਾਏ ਨਹੀਂ ਜੰਗਲਾਂ 'ਚ। ਤਾਂ ਇਹ ਜੇ ਗ੍ਰੇਜ਼ਿੰਗ ਕਈ ਵਾਰ ਜਿਹੜੀ ਆ ਇੱਦਾਂ ਟਰੀਜ਼ ਦੀ ਗਰੋਥ ਨੂੰ ਰੋਕ ਦਿੰਦੀ ਆ ਕਿ ਜੇ ਗਿਰਨਗੇ ਹੀ ਨਹੀਂ ਯੂਜ਼ਫੁਲ ਟਰੀ ਹੋ ਸਕਦਾ ਫਿਰ ਜ਼ਿਆਦਾ ਨਾ ਗਰੋ ਹੋਣ। ਗ੍ਰੇਜ਼ਿੰਗ ਐਨੀਮਲ ਜਿਹੜੇ ਆ ਉਹ ਹੈਲਪ ਕਰਦੇ ਆ ਵੈਜੀਟੇਸ਼ਨ ਦੀ ਡਿਸਪਰਸਲ 'ਚ, ਫਰੂਟ ਸੀਡਸ, ਹੈ ਨਾ। ਹੈਲਪ ਵੈਜੀਟੇਸ਼ਨ ਇਨ ਡਿਸਪਰਸਲ ਆਫ ਫਰੂਟ ਸੀਡਸ। ਇਹ ਮੈਂ ਪਹਿਲਾਂ ਵੀ ਦੱਸਿਆ ਕੁਝ ਸੀਡਸ ਜਰਮੀਨੇਟ ਓਨਲੀ ਵੈਨ ਦੇ ਪਾਸ ਥਰੂ ਦਾ ਗਟ ਆਫ ਬਰਡਸ ਔਰ ਐਨੀਮਲਸ। ਹੁਣ ਕੀ ਆ ਕਿ ਜਦੋਂ ਕਿਸੇ ਐਨੀਮਲ ਨੇ ਖਾਧਾ ਕੋਈ ਸੀਡ ਵਗੈਰਾ ਤਾਂ ਉਹਦੇ ਜਦੋਂ ਗੱਟ ਤੋਂ ਹੁੰਦੇ ਹੋਏ, ਸਟਮਕ ਤੋਂ ਹੁੰਦੇ ਹੋਏ, ਡਾਈਜੈਸ਼ਨ ਦੇ ਥਰੂ ਜਦੋਂ ਡੰਗ ਦੇ ਵਿੱਚ ਬਾਹਰ ਨਿਕਲਣੇ ਆ ਉਦੋਂ ਹੀ ਉਹਨਾਂ ਦੀ ਗਰੋਥ ਪੋਸੀਬਲ ਆ। ਤਾਂ ਇੱਦਾਂ ਫਿਰ ਜਿਹੜੀ ਆ ਇਹ ਗ੍ਰੇਜ਼ਿੰਗ ਹੈਲਪਫੁਲ ਵੀ ਆ, ਹੈ ਨਾ। ਨੁਕਸਾਨ ਤਾਂ ਹੈਗਾ ਹੀ ਆ ਸੋਇਲ ਇਰੋਜ਼ਨ ਵਗੈਰਾ, ਪਰ ਹੈਲਪਫੁਲ ਵੀ ਆ। ਕੰਟਰੋਲ ਮੇਜਰਸ, ਗ੍ਰੇਜ਼ਿੰਗ ਬਰਾਊਜ਼ਿੰਗ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਪ੍ਰੋਹਿਬਿਟਿੰਗ ਗ੍ਰੇਜ਼ਿੰਗ ਇਨ ਦਾ ਸਰਟਨ ਸਪੈਸੀਫਾਈਡ ਏਰੀਆਜ਼, ਜਿਹੜਾ ਜ਼ਰੂਰੀ ਏਰੀਆ ਆ ਉੱਥੇ ਘੱਟ ਕਰਨ ਦਿਓ ਜਾਂ ਕਰਨ ਹੀ ਨਾ ਦਿਓ ਗ੍ਰੇਜ਼ਿੰਗ, ਉਹਨੂੰ ਸੀਲ ਕਰ ਦਿਓ ਉਸ ਇਲਾਕੇ ਨੂੰ। ਗ੍ਰੇਜ਼ਿੰਗ ਸ਼ੁੱਡ ਨਾਟ ਬੀ ਅਲਾਊਡ ਇਨ ਟੈਂਡਰ ਸੀਜ਼ਨਸ ਵੈਨ ਸੋਇਲ ਇਜ਼ ਲੂਜ਼ ਔਰ ਸੀਡਲੀ। ਰੇਨੀ ਸੀਜ਼ਨ ਵਗੈਰਾ 'ਚ ਨਾ ਕਰਨ ਦਿਓ ਕਿਉਂਕਿ ਸੋਇਲ ਨੂੰ ਨੁਕਸਾਨ ਹੁੰਦਾ ਆ, ਇਰੋਜ਼ਨ ਫਿਰ ਰੁਕ ਜਾਊਗੀ, ਬਚ ਜਾਊਗੀ। ਗਾਰਡਸ ਵਗੈਰਾ ਅਪੋਇੰਟ ਕਰ ਲਓ, ਹੈ ਨਾ। ਉੱਥੇ ਟ੍ਰੈਂਚਸ ਮਤਲਬ ਆੜਾਂ ਵਰਗੇ ਆੜਾਂ ਖੋਦ ਦਿਓ, ਵਾਲਸ ਬਣਾ ਦਿਓ, ਵਾਇਰ ਲਗਾ ਦਿਓ, ਵਾਇਰ ਦੀ ਫੈਂਸਿੰਗ ਆਊਟ ਵਾਲ ਬਾਊਂਡਰੀ ਬਣਾ ਦਿਓ ਤਾਰਾਂ ਦੀ, ਹੈ ਨਾ। ਅਤੇ ਕੁਛ ਇੱਦਾਂ ਦੇ ਰਿਪੈਲੈਂਟਸ ਉੱਥੇ ਲਗਾ ਦਿਓ, ਪੇਸਟ ਕਰ ਦਿਓ ਜਾਂ ਰੱਖ ਦਿਓ
ताकि एनिमल्स ਜਿਹੜੇ ਆ ਉਹ ਅੰਦਰ ਨਾ ਵੜ ਸਕਣ। ਇਹਦੇ ਵਿੱਚ ਇੰਨਾ ਹੀ ਆਪਾਂ ਪੜ੍ਹਦੇ ਹਾਂ। ਫਿਰ ਥੋੜ੍ਹਾ ਜਿਹਾ ਹੋਰ ਰਹਿ ਗਿਆ, ਉਹਨੂੰ ਨੈਕਸਟ ਵੀਡੀਓ 'ਚ ਕਵਰ ਕਰਦੇ ਹਾਂ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।